ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੈਸ, ਮਿਹਰਬਾਨੀ। ਆਪਣੇ ਸਾਰੇ ਸਰੋਤਿਆਂ ਨੂੰ ਵੀ ਗੁੱਡ ਮਾਰਨਿੰਗ ਜੀ। ਜੌਲ ਸਾਹਿਬ ਅੱਜ ਆਈ ਥਿੰਕ ਮੈਂ ਕਾਫੀ ਟਾਈਮ ਬਾਅਦ ਸਵੇਰੇ ਤੜਕੇ ਕੈਲੇਡਨ ਇੱਕ ਕੰਮ ਸੀ ਜ਼ਰੂਰੀ ਰੀਅਲ ਸਟੇਟ ਦੇ ਕਰਕੇ ਐਂਡ ਸਾਡੇ ਕੁਝ ਮਹਿਮਾਨ ਆਏ ਸਨ, ਉਹਨਾਂ ਨੂੰ ਆਪਾਂ ਪ੍ਰੋਪਰਟੀ ਦਿਖਾਉਣੀ ਸੀ ਤੇ ਤੜਕੇ ਸਵੇਰੇ ਉੱਠਣ ਦਾ ਨਜ਼ਾਰੇ ਕੁਛ ਹੋਰ ਹੈ। ਸਨ ਰਾਈਜ਼ ਦੇਖਿਆ, ਸੋ ਦੈਟ ਵਾਜ਼ ਅ ਵੈਰੀ ਵੰਡਰਫੁਲ ਡੇ ਐਂਡ ਬਹੁਤ ਖੂਬਸੂਰਤ ਕੈਲੇਡਨ ਦਾ ਇਲਾਕਾ। ਤੇ ਪਰੰਤੂ ਅੱਜ ਬਹੁਤ ਦੁੱਖ ਨਾਲ ਵੀ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਸਾਡੇ ਹੀ ਏਰੀਆ ਦੇ ਵਿੱਚ ਉਸੇ ਹੀ ਆਈ ਥਿੰਕ ਕੁਝ ਚੰਦ ਕੁ ਮਿੰਟ ਦੇ ਮੇਰੇ ਆਈ ਥਿੰਕ ਬਾਅਦ ਚੋਂ ਇਹ ਹਾਦਸਾ ਹੋਇਆ ਹੋਵੇਗਾ ਜਾਂ ਚੰਦ ਮਿੰਟ ਪਹਿਲੋਂ ਇੱਕ ਬਹੁਤ ਹੀ ਖਤਰਨਾਕ ਐਕਸੀਡੈਂਟ ਮਿਸਿਸਾਗਾ ਅਤੇ ਕਹਿ ਲਓ ਰੈਥਬਰਨ ਦੀ ਏਰੀਆ ਦੇ ਵਿੱਚ ਗੋ ਸਟੇਸ਼ਨ ਏਰਨਡੇਲ ਗੋ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਇੱਕ ਅਜਿਹਾ ਐਕਸੀਡੈਂਟ ਹੋਇਆ ਜਿਸ ਨੂੰ ਮੈਂ ਲਾਈਵ ਦੇਖਿਆ ਵੀ ਹੈ ਕਿਉਂਕਿ ਮੈਂ ਵਾਪਸ ਆ ਰਿਹਾ ਸੀ। ਗੱਡੀ ਦਾ ਚੱਕਣਾ ਚੂਰ ਹੋ ਚੁੱਕਿਆ ਤੇ ਅਨਫੋਰਚੂਨੇਟਲੀ ਜਿਹੜਾ ਡਰਾਈਵਰ ਸੀ ਉਸ ਦੀ ਮੌਤ ਹੋ ਚੁੱਕੀ ਹੈ। ਅਰਸ਼, ਇਹ ਵਨ ਆਫ ਦੋਜ਼ ਐਕਸੀਡੈਂਟਸ ਜਿਹੜੇ ਸਮਝੇ ਜਾਂਦੇ ਆ ਵੀ ਹੁੰਦੇ ਨਹੀਂ, ਉਹ ਇਨਸੀਡੈਂਟ ਹੈ ਜਿਹੜੀ ਕਿ OPP ਵੀ ਇਹ ਕਹਿ ਰਹੇ ਆ ਕਿ ਜੇ ਡਰਾਈਵਰਾਂ ਦੀ ਅਕਲ ਕਾਇਮ ਰਹੇ ਤਾਂ ਅਸੀਂ 82-85% ਤੱਕ ਜਿਹੜੀਆਂ ਇਹ ਤਰਾਸਦੀਆਂ ਸੜਕਾਂ ਤੇ ਘਟਾ ਸਕਦੇ ਹਾਂ, ਕਿਉਂਕਿ ਅਸਲ ਦੇ ਵਿੱਚ ਐਕਸੀਡੈਂਟ ਨਹੀਂ ਹੁੰਦੇ, ਇਹ ਜਸਟ ਟੱਕਰਾਂ ਦਾ ਕਹਿ ਲਓ ਵੀ ਬੇਧਿਆਨੀਆਂ ਕਰਕੇ ਕੀਤੀਆਂ ਗਈਆਂ ਘਟਨਾਵਾਂ ਹੈਗੀਆਂ, ਐਕਸੀਡੈਂਟ ਨਹੀਂ ਆ। ਐਕਸੀਡੈਂਟ ਉਹ ਹੁੰਦਾ ਜਿਹਦੇ ਵਿੱਚ ਕਿ ਵੀ ਸਾਡੇ ਕੋਲ ਹਾਲਾਤ ਜਿਹੜੇ ਆ ਉਹ ਕਾਬੂ ਤੋਂ ਬਾਹਰ ਹੋਣ ਤੇ ਅਚਾਨਕ ਕੋਈ ਜਿਹੜਾ ਵੀ ਇਸ ਤਰ੍ਹਾਂ ਦੀ ਘਟਨਾ ਪੇਸ਼ ਆ ਜਾਏ ਜੀ। ਪਰ ਜੇ ਹੁਣ ਗੱਡੀ ਭਜਾਈ ਜਾ ਰਹੀ ਆ ਅੰਨ੍ਹੇਵਾਹ, ਅੱਗੋਂ ਆ ਗਿਆ ਮੋੜ ਉਹ ਵੀ ਬੜਾ ਤਿੱਖਾ, ਤੇ ਫੇਰ ਸੰਭਾਲੀ ਨਹੀਂ ਗਈ ਤੇ ਫਿਰ ਸਾਹਮਣੇ ਜਾ ਕੇ ਖੰਭੇ 'ਚ ਵੱਜੇਗੀ ਗੱਡੀ। ਸੋ ਉਸ ਲਿਹਾਜ਼ ਨਾਲ ਜੋ ਇਹ ਗੱਡੀ ਦਾ ਹਾਲ ਹੈ, ਸੋ ਜੋ ਫਿਰ ਉਹ ਰੈਥਬਰਨ ਤੇ ਉੱਥੇ ਕ੍ਰੈਡਿਟੂ ਏਰੀਆ ਦੇ ਵਿੱਚ ਸਿਚੁਏਸ਼ਨ ਆ ਵੀ ਇਹ ਜਿਸ ਵੇਲੇ ਜਾਣੀ ਕਰਵ ਆਈ ਆ ਉਸ ਵੇਲੇ ਇਹ ਗੱਡੀ ਜਿਹੜੀ ਆ ਵੀ ਸੜਕ ਤੋਂ ਲੈ ਕੇ ਖੰਭੇ 'ਚ ਵੱਜੀ ਆ, ਫਿਰ ਇਹਦੀਆਂ ਕਈ ਪਲਟੀਆਂ ਪਈਆਂ ਤੇ ਇਹ ਇਕੱਲਾ ਹੀ ਜਿਹੜਾ ਡਰਾਈਵਰ ਇਹਦੇ ਵਿੱਚ ਸਵਾਰ ਸੀਗਾ ਉਹਦੀ ਮੌਤ ਮੌਕੇ ਤੇ ਥਾਂ ਸਿਰੇ ਹੋਈ ਆ ਜੀ। ਸੋ ਉਸ ਲਿਹਾਜ਼ ਨਾਲ ਸਰਕਮਸਟੈਂਸਸ ਇਹ ਵੀ ਲੱਗ ਰਹੇ ਆ ਪੁਲਿਸ ਨੂੰ ਵੀ ਇਹਦੇ ਵਿੱਚ ਕੋਈ ਹੋਰ ਵੀ ਗੱਡੀ ਸ਼ਾਇਦ ਸਪੀਡ ਰੇਸਿੰਗ ਦਾ ਇਹ ਕੇਸ ਹੋ ਸਕਦਾ ਵੀ ਭਜਾਈਆਂ ਜਾ ਰਹੀਆਂ ਹੋ ਸਕਦਾ। ਦੂਸਰੀ ਗੱਡੀ ਜਿਹੜੀ ਉਹ ਮੌਕੇ ਤੋਂ ਫਿਰ ਕੱਢ ਹੀ ਲਈ ਹੋਵੇ, ਮੌਕਾ ਦੇਖ ਕੇ ਉਹ ਨਾ ਰੁਕਿਆ ਹੋਵੇ ਭਾਈ ਸਾਹਿਬ। ਸੋ ਉਸ ਲਿਹਾਜ਼ ਨਾਲ ਤਾਂ ਚਲੋ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਹੋ ਰਹੀ ਆ। ਮੌਤ ਹੋਣ ਦਾ ਦੁੱਖ ਹੈ, ਪਰ ਦੂਸਰੇ ਪਾਸੇ ਜਿਹੜੀ ਇਹ ਡਰਾਈਵਰਾਂ ਦੀ ਬੇਅਕਲੀਆਂ ਕਰਕੇ ਇਸ ਤਰ੍ਹਾਂ ਦੇ ਚੰਦ ਚੜ੍ਹਨੇ ਜਿਹੜੇ ਸਾਡੇ ਇੱਥੇ ਕੈਨੇਡਾ ਦੀਆਂ ਨੰਬਰ 1 ਦੇਸ਼ ਦੇ ਵਿੱਚ ਨੰਬਰ 1 ਸੜਕਾਂ ਆ, ਇਹ ਕੁਝ ਵਾਪਰਨਾ ਜੇ ਜਾਰੀ ਰਹਿ ਰਿਹਾ ਉਹਦੇ ਵਿੱਚ ਹੁਣ ਬਾਕੀ ਸਭ ਕੁਝ ਦੇ ਨਾਲ ਜਿੰਨਾ ਚਲੋ ਬੀਬੀ ਜਗੀਰ ਕੌਰ ਵਾਲੀ ਗੱਲ ਹੈ ਵੀ ਜੇ ਜਿੰਨਾ ਚਿਰ ਸਰਕਾਰ ਕੁਛ ਨਹੀਂ ਕਰਦੀ, ਚਲੋ ਸੜਕਾਂ ਮਾੜੀਆਂ ਨੇ ਕੁਛ ਵੀ ਹੈ ਤੇ ਉਹਨਾਂ ਚਿਰ ਲੋਕ ਹੀ ਕੁਛ ਜਾਣੀ ਸਿਆਣਪ ਕਰ ਲੈਣ, ਭਾਵੇਂ ਕੱਚਾ ਰਾਹ ਹੀ ਕਿਉਂ ਨਾ ਹੋਵੇ, ਖੱਡਾ ਹੀ ਕਿਉਂ ਨਾ ਹੋਵੇ, ਟੋਆ ਹੀ ਕਿਉਂ ਨਾ ਹੋਵੇ, ਜੇ ਡਰਾਈਵਰ ਦੀ ਅਕਲ ਕਾਇਮ ਹੋਵੇ ਉੱਥੋਂ ਸੇਫਲੀ ਲੰਘਿਆ ਜਾ ਸਕਦਾ। ਵੀ ਜੇ ਹੁਣ ਸੜਕ ਟੁੱਟੀ ਜਾਂ ਸੜਕ ਗਲਤ ਦਾ ਬਹਾਨਾ ਇਹ ਥੋੜ੍ਹਾ ਵੀ ਹੁਣ ਅੱਗੇ ਮੋੜ ਸੀ, ਦਰਖਤ ਸੀ, ਪੁਲ ਤੰਗ ਸੀ ਵਗੈਰਾ ਬਹਾਨੇ ਤੇ ਆਪਾਂ ਲਾਉਣਾ ਹੀ ਹੈ। ਪਰ ਇਹਦਾ ਮਤਲਬ ਇਹ ਨਹੀਂ ਗਾ ਵੀ ਉਸ ਸਭ ਦੇ ਬਾਵਜੂਦ ਅਸੀਂ ਗੱਡੀ ਹੌਲੀ ਕਰਕੇ ਉੱਥੋਂ ਆਪਣੀ ਜਾਨ ਨਾ ਬਚਾ ਲਈਏ ਜੀ। ਸੋ ਤਦ ਕਰਕੇ ਇਹ ਹੈ ਜੀ ਵੀ ਇਹ ਸਪੀਡ ਜਿਹੜੀ ਆ ਤੁਹਾਨੂੰ ਪਤਾ ਵੀ ਮੇਜਰ 4 ਫੈਕਟਰਸ ਦੇ ਵਿੱਚੋਂ ਇੱਕ ਫੈਕਟਰ ਹੈ ਜਿਹਦੇ ਕਰਕੇ ਵੀ ਇਹ ਮਾਰੂ ਟੱਕਰਾਂ ਘਟਨਾਵਾਂ ਵਾਪਰਨਾ ਜਾਰੀ ਹੈ ਜਿਹੜੀਆਂ ਕਿ ਲੇਕਿਨ ਕਿ ਐਕਸੀਡੈਂਟ ਦੀ ਡੈਫੀਨੇਸ਼ਨ ਵਿੱਚ ਨਹੀਂ ਆਉਂਦੀਆਂ। ਸੋ ਪਲੀਜ਼ ਇਹ ਬੇਨਤੀ ਹੈ ਜੀ, speed limit and also that area is a school zone as well, so ਮੈਂ ਹੈਰਾਨ ਆ ਕਿ ਇਹ ਸਪੀਡਿੰਗ ਸਕੂਲ ਜ਼ੋਨ ਏਰੀਆ ਦੇ ਵਿੱਚ ਜੋ 40 ਲਿਮਿਟ ਹੁੰਦੀ ਹੈ ਕਿਸ ਤਰ੍ਹਾਂ ਇਹ ਐਕਸੀਡੈਂਟ ਹੋਇਆ ਹੋਵੇਗਾ। ਚਲੋ ਅੱਗੇ ਚੱਲ ਕੇ ਜੋ ਪੀਲ ਪੁਲਿਸ ਹੈ ਉਹ ਦੱਸੇਗੀ ਸਾਨੂੰ ਜ਼ਰੂਰ ਐਂਡ ਵਿਲ ਫਾਈਂਡ ਆਊਟ ਕਿ ਇਹ ਐਕਚੁਅਲ ਹੋਇਆ ਕੀ ਹੈ। ਵਾਜ਼ ਇਟ ਇਨਵੋਲਵਡ ਇਨ ਅ ਸਟਰੀਟ ਕਾਰ ਰੇਸਿੰਗ ਕਿ ਡਰਾਈਵਰ ਨੇ ਕੁਛ ਅਜ਼ਿਊਮ ਕੀਤਾ ਸੀ ਕੰਜ਼ਿਊਮ ਕੀਤਾ ਸੀ ਜਾਂ ਕੁਛ ਨਾ ਇਹ ਫੈਕਟਰਸ ਹੋਏ ਹੋਣਗੇ ਬਿਕਾਜ਼ ਐਡੇ ਸ਼ਾਂਤ ਏਰੀਆ ਦੇ ਵਿੱਚ ਐਡਾ ਤਕੜਾ ਐਕਸੀਡੈਂਟ ਹੋਣਾ ਇਟ ਇਜ਼ ਅਨਬਿਲੀਵੇਬਲ। ਸੋ ਇਹ ਮੇਰੇ ਘਰ ਤੋਂ ਸਿਰਫ ਕਹਿ ਲਓ ਕਿ 30 ਸੈਕਿੰਡ ਦੀ ਦੂਰੀ 'ਤੇ ਆ। ਮੈਂ ਖੁਦ ਮੈਨੂੰ ਵੀ ਯੂ ਟਰਨ ਮਾਰਨਾ ਪਿਆ ਦੂਸਰੀ ਸਾਈਡ ਆਉਣ ਨੂੰ ਘਰੇ ਐਂਟਰੀ ਕਰਨ ਲਈ। ਸੋ ਪਰਮਾਤਮਾ ਉਸ ਆਤਮਾ ਨੂੰ ਸ਼ਾਂਤੀ ਬਖਸ਼ੇ, ਪਰੰਤੂ ਪਰ ਇਸ ਇਜ਼ ਅ ਲਰਨਿੰਗ ਲੈਸਨ ਫॉर ਐਵਰੀਬਾਡੀ। ਸੋ ਪਲੀਜ਼ ਸਪੀਡ ਲਿਮਿਟ ਦੇ ਨਾਲ ਕੋਈ ਤੁਸੀਂ ਬਾਹਰ ਜਾ ਰਹੇ ਹੋ ਕਾਹਲੀ ਦੇ ਵਿੱਚ ਹੋ 10 ਮਿੰਟ ਪਹਿਲੋਂ ਤਿਆਰ ਹੋ ਜਾਓ, ਪਹਿਲੋਂ ਨਿਕਲ ਜਾਓ ਸੋ ਯੂ ਕੈਨ ਗੈਟ ਟੂ ਯੂਰ ਡੈਸਟੀਨੇਸ਼ਨ ਔਨ ਟਾਈਮ। ਬਾਕੀ ਹੋਣੀ ਨੂੰ ਕੋਈ ਟਾਲ ਨਹੀਂ ਸਕਦਾ ਜੀ, ਸੋ ਤੁਸੀਂ ਪਲੀਜ਼ ਆਪਣਾ ਧਿਆਨ ਰੱਖੋ ਜੀ। 905 813 1320 905 813 1320। ਠੰਡ ਦਾ ਸੀਜ਼ਨ ਆ ਚੁੱਕਾ ਹੈ
ਐਂਡ ਠੰਡ ਦੇ ਸੀਜ਼ਨ ਦੇ ਵਿੱਚ ਬੈੱਡ ਬਾਥ ਐਂਡ ਡੈਕੋਰ ਨੇ ਲਗਾ ਦਿੱਤੇ ਨੇ ਵੀ ਬਲੈਂਕਟਸ ਜਿਹੜੇ $65 ਦੇ ਬਲੈਂਕਟ ਸੀ ਹੁਣ ਤੁਸੀਂ 2 ਲੈ ਸਕਦੇ ਹੋ $100 ਦੇ। ਬੈੱਡ ਬਾਥ ਐਂਡ ਡੈਕੋਰ 25 ਚੈਰੀ ਕ੍ਰੈਸਟ ਡਰਾਈਵ, Queen and Cherry Crest intersection, 647-207-4644, 647-207-4644। ਜੌਲ ਸਾਹਿਬ ਗੱਲਬਾਤ ਕਰੀਏ ਇੱਕ ਮਿਸਿੰਗ ਲੇਡੀ ਦੀ, ਰੇਸ਼ਮਾ ਹਰੀਪਾਲ। ਪਿਛਲੇ ਆਈ ਥਿੰਕ ਨਵੰਬਰ 6 ਨੂੰ ਇਹ ਲਾਪਤਾ ਨੇ ਤੇ ਇਹ ਮਾਲਟਨ ਦੇ ਰਹਿਣ ਵਾਲੇ ਨੇ। ਇਹ ਬੜੀ ਯੰਗ ਹੈ ਲੇਡੀ, ਕਹ ਲਓ ਵੀ 32 ਕੁ ਸਾਲ ਉਮਰ। ਪੀਲ ਪੁਲਿਸ ਵੀ ਹੁਣ ਤਾਂ ਇਹਨਾਂ ਨੂੰ ਸਰਚ ਕਰ ਰਹੀ ਆ ਵੀ ਇਹ ਨੀਦਰਵੁੱਡ ਤੇ ਮਾਰਨਿੰਗ ਸਟਾਰ ਏਰੀਆ ਜਿਹੜਾ ਕਿ ਮਾਲਟਨ ਦਾ ਗੜ੍ਹ ਕਹਿ ਲਓ ਜੀ, ਵੀ ਉਸ ਏਰੀਆ ਦੇ ਵਿੱਚੋਂ ਇਹ ਲਾਪਤਾ ਹੋਈ ਆ। ਉਹ ਹੋਈ ਵੀ ਦਿਨੇ ਦੁਪਹਿਰੀ ਆ 1:30-2 ਵਜੇ ਹੀ, ਤੇ 5 ਨਵੰਬਰ ਤੋਂ ਕਹਿ ਲਓ ਵੀ ਪੁਲਿਸ ਇਹਨੂੰ ਫਿਰ ਉਦੋਂ ਤੋਂ ਹੁਣ ਫੈਮਿਲੀ ਤਾਂ ਚਿੰਤਤ ਹੋ ਹੀ ਜਾਂਦੇ ਆ। ਲੜਕੀ 32 ਸਾਲ ਦੀ ਘਰੋਂ ਗਈ ਹੋਈ ਆ ਤੇ ਵਾਪਸ ਨਹੀਂ ਆਈ। ਕਿਉਂਕਿ ਇਹਦੀ ਫੋਟੋ ਵੀ ਜਿਹੜੀ ਹੈ ਜੀ ਉਹ ਰਿਲੀਜ਼ ਕੀਤੀ ਹੋਈ ਆ ਪੀਲ ਪੁਲਿਸ ਨੇ, ਤੇ ਪਿਛਲੇ ਦਿਨਾਂ ਤੋਂ ਜਿਹੜਾ ਜੀ ਇਹ ਕਮਿਊਨਿਟੀ ਦੇ ਨਾਲ ਵੀ ਸਾਂਝਾ ਕੀਤਾ ਜਾ ਰਿਹਾ ਇਹ ਇਨਫੋਰਮੇਸ਼ਨ, ਕਿਉਂਕਿ ਮਾਲਟਨ ਦੇ ਵਿੱਚ ਤੁਹਾਨੂੰ ਪਤਾ ਜੀ ਵੀ ਮਲਟੀ ਕਲਚਰਲ ਟੈਰੀਟਰੀ ਹੈਗੀ ਆ, ਵੀ ਉੱਥੇ ਕਾਫੀ ਵੱਡੀ ਤਾਦਾਦ ਦੇ ਵਿੱਚ ਕਮਿਊਨਿਟੀਜ਼ ਹੈਗੀਆਂ ਤੇ ਕਾਫੀ ਲੋਕ ਜਿਹੜੇ ਆ ਜੀ ਇੱਕ ਦੂਸਰੇ ਨੂੰ ਜਾਣਦੇ ਵੀ ਹੁੰਦੇ ਆ। ਸੋਸ਼ਲ ਮੀਡੀਆ ਤੇ ਵੀ ਇਹ ਰੇਸ਼ਮਾ ਹੈਰੀਪਾਲ ਦੀ ਜਿਹੜੀ ਪਿਕਚਰ ਆ ਉਹ ਸਰਕੂਲੇਟ ਹੋ ਰਹੀ ਆ, ਤੇ ਬਾਕੀ ਇਹਦੀ ਭਾਲ ਜਿਹੜੀ ਆ ਜੀ ਜਾਰੀ ਆ, ਫੈਮਿਲੀ ਦੇ ਵੱਲੋਂ ਵੀ ਪੁਲਿਸ ਦੇ ਵੱਲੋਂ ਵੀ। ਕਿਸੇ ਨੂੰ ਵੀ ਪਤਾ ਲੱਗਿਆ ਤੇ ਪੀਲ ਪੁਲਿਸ ਇਹ ਕਹਿੰਦੇ ਨੇ ਜੀ ਸਾਡੇ ਨਾਲ ਸੰਪਰਕ ਕਰੋ, 905-453-2121 ਫੋਨ ਨੰਬਰ ਹੈ। ਜੌਲ ਸਾਹਿਬ ਇੱਕ ਸਸਪੀਸ਼ੀਅਸ ਪੈਕੇਜ ਡਿਲੀਵਰ ਹੋਇਆ ਸੀ ਜਿਸ ਨੂੰ ਕੱਲ ਰਿਮੈਂਬਰੈਂਸ ਡੇ ਦਾ ਜੋ ਪ੍ਰਬੰਧ ਸੀ ਉਹਨੂੰ ਡਿਲੇ ਕੀਤਾ ਗਿਆ। ਉਹ ਪੈਕੇਜ ਦੇ ਵਿੱਚ ਕੀ ਸੀ, ਕੁਝ ਪਤਾ ਲੱਗਾ? ਕੁਛ ਵੀ ਨਹੀਂ ਸੀ, ਕਹਿੰਦੇ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ। ਪਰ ਪ੍ਰੀਕਾਸ਼ਨਰੀ ਜਾਣੀ ਕਿ RCMP ਨੇ ਜਦੋਂ ਉਹ ਪੈਕੇਜ ਉਸ ਵਿਨ ਸਿਟੀ ਦੇ ਵਿੱਚ ਉਸ ਏਰੀਆ ਦੇ ਵਿੱਚ ਡਾਊਨਟਾਊਨ ਆਟੋਵਾ 'ਚ ਦੇਖਿਆ ਜਿੱਥੇ ਕਿ ਇਹ ਨੈਸ਼ਨਲ ਵਾਰ ਮੈਮੋਰੀਅਲ ਦੇ ਲਾਗੇ ਹੀ ਲੈਵਲ ਦਾ ਸਾਡਾ ਰਿਮੈਂਬਰੈਂਸ ਡੇ ਦਾ ਕਹਿ ਲਓ ਵੀ ਸਮਾਗਮ ਸੀਗਾ, ਤੇ ਉੱਥੇ ਪ੍ਰਾਈਮ ਮਿਨਿਸਟਰ ਨੇ ਆਉਣਾ ਸੀ, ਗਵਰਨਰ ਜਨਰਲ ਨੇ ਆਉਣਾ ਸੀ, ਬਾਕੀ ਸਾਰੇ ਮਿਨਿਸਟਰੀ ਦੇ ਤੇ MP ਸਾਹਿਬਾਨ ਵੀ ਉੱਥੇ ਹਾਜ਼ਰ ਸੀਗੇ, ਵੱਡੀ ਤਾਦਾਦ ਦੇ ਵਿੱਚ ਲੋਕ ਵੀ, ਕਿਉਂਕਿ ਇਸ ਵਾਰ ਜਿਹੜਾ ਜੀ ਇਹ ਬੁਲਾਇਆ ਗਿਆ ਸੀ ਵੀ ਕੋਵਿਡ ਤੋਂ ਹੁਣ ਡਰਨ ਦੀ ਲੋੜ ਨਹੀਂ, ਕਿ ਜਾਇਆ ਜਾ ਸਕਦਾ ਇਨ ਪਰਸਨ ਸੈਲੀਬ੍ਰੇਸ਼ਨ ਦੇ ਵਿੱਚ, ਪਰ ਮਾਸਕ ਜਿਹੜਾ ਜੀ ਮੈਂਡੇਟਰੀ ਕੀਤਾ ਗਿਆ ਸੀਗਾ ਤੇ ਫਿਜ਼ੀਕਲ ਡਿਸਟੈਂਸ ਵੀ, ਤੇ ਵੱਡੀ ਤਾਦਾਦ ਵਿੱਚ ਲੋਕਾਂ ਨੇ ਉਸ ਨੂੰ ਫੋਲੋ ਵੀ ਕੀਤਾ। ਪਰ ਇਹ ਜਿਹੜੀ ਜਾਣੀ ਕਿ ਆਲ ਆਫ ਸਡਨ ਪ੍ਰਾਈਮ ਮਿਨਿਸਟਰ ਨੇ ਜਦੋਂ ਆਉਣਾ ਸੀਗਾ ਉਸ ਤੋਂ ਥੋੜ੍ਹੀ ਦੇਰ ਪਹਿਲਾਂ ਫਿਰ ਉਸ ਏਰੀਆ ਦੇ ਵਿੱਚ ਇੱਕ ਸਸਪੀਸ਼ੀਅਸ ਪੈਕੇਜ ਜਿਹੜਾ ਉਹ ਜਦੋਂ ਮਿਲਿਆ ਤੇ ਫਿਰ RCMP ਨੇ ਡਿਲੇ ਕੀਤੀ ਜਿਹੜਾ ਅਰਾਈਵ ਹੋਣਾ ਜਸਟਨ ਟਰੂਡੋ ਹੋਣਾ ਦਾ ਤੇ ਗਵਰਨਰ ਜਨਰਲ ਦਾ ਵੀ। ਇੱਥੋਂ ਤੱਕ ਜਾਣੀ ਕਿ ਵਿਘਨ ਪਿਆ ਵੀ ਜਸਟਨ ਟਰੂਡੋ ਤੇ 10 ਮਿੰਟ ਲੇਟ ਹੋ ਗਏ, ਜਿਸ ਵੇਲੇ ਜਾਣੀ ਕਿ ਪੂਰੇ 11 ਵਜੇ ਜਿਹੜੀ ਬੈਲ ਵੱਜਦੀ ਆ ਇਹ ਰਿਮੈਂਬਰੈਂਸ ਡੇ ਦੀ, ਉਹ ਤੋਂ ਮੂਮੈਂਟਸ ਪਹਿਲਾਂ ਜਾਣੀ ਕਿ 1 ਮਿੰਟ ਦੇ ਕਰੀਬ ਹੀ ਪਹਿਲਾਂ ਜਿਹੜੇ ਜਸਟਨ ਟਰੂਡੋ ਆਪਣੀ ਪੋਜੀਸ਼ਨ ਲੈ ਸਕੇ, ਤੇ ਲੇਕਿਨ ਕਿ ਜਿਹੜੇ ਗਵਰਨਰ ਜਨਰਲ ਹੈ ਮੈਰੀ ਸਾਈਮਨ ਉਹ ਤੇ ਮੌਕੇ ਤੇ ਪਹੁੰਚ ਹੀ ਨਹੀਂ ਸਕੇ। ਜਾਣੀ ਉਹ ਜਿਸ ਵੇਲੇ ਮੌਨ ਰੱਖ ਹੋ ਗਿਆ ਸੀਗਾ ਰਿਮੈਂਬਰੈਂਸ ਡੇ ਦਾ 2 ਮਿੰਟ ਦਾ ਜਿਹੜਾ ਹੁੰਦਾ, ਉਹਦੇ ਦੌਰਾਨ ਜਾਣੀ ਕਿ ਉਹ ਅਰਾਈਵ ਹੋ ਸਕੇ, ਤੇ RCMP ਨੇ ਜਾਣੀ ਕਿ ਬਾਅਦ ਦੇ ਵਿੱਚ ਕਲੀਅਰ ਕੀਤਾ ਵੀ ਇਹ ਪੈਕੇਜ ਉਸ ਤਰ੍ਹਾਂ ਡੇਂਜਰਸ ਨਹੀਂ ਸੀਗਾ ਪਰ ਸਸਪੀਸ਼ੀਅਸ ਸੀਗਾ, ਜਿਹਦੇ ਕਰਕੇ ਵੀ ਇਹ ਉਹਨਾਂ ਨੂੰ ਇਹ ਥੋੜ੍ਹਾ ਜਿਹਾ ਡਿਲੇ ਕਰਾਉਣਾ ਪਿਆ ਗਵਰਨਰ ਜਨਰਲ ਤੇ ਪ੍ਰਾਈਮ ਮਿਨਿਸਟਰ ਦੀ ਅਰਾਈਵਲ। ਬਟ ਅਪਾਰਟ ਫਰੋਮ ਦੈਟ ਜੀ ਰਿਮੈਂਬਰੈਂਸ ਡੇ ਦੀਆਂ ਜਿਹੜੀਆਂ ਸੈਲੀਬ੍ਰੇਸ਼ਨਸ ਆਟੋਵਾ ਦੇ ਵਿੱਚ ਉਹ ਨਿਰਵਿਘਨ ਨੇਪਰੇ ਚੜੀਆਂ, ਪਰ ਉਧਰ BC ਦੇ ਵਿੱਚ ਪਤਾ ਲੱਗ ਰਿਹਾ ਸੀਗਾ ਵੀ ਕੁਝ ਥਾਵਾਂ ਤੇ ਲੋਗਨਾਂ 'ਚ ਸਪੈਸ਼ਲੀ ਅਰਸ਼ਪੀ ਜਿਹੜੇ ਇਹ ਐਂਟੀ ਵੈਕਸਰਸ ਹੈਗੇ ਆ ਵੀ ਵੈਕਸੀਨੇਸ਼ਨ ਜਿਹੜੇ ਨਹੀਂ ਨਾ ਲਵਾਉਣਾ ਚਾਹੁੰਦੇ ਆ, ਤੇ ਉਹਦੇ ਨਾਲ ਆਪਣਾ ਵਿਚਾਰਾਂ ਦਾ ਪ੍ਰਗਟਾਵਾ ਵੀ ਪ੍ਰੋਟੈਸਟ ਵੀ ਕਰਨਾ ਚਾਹੁੰਦੇ ਆ। ਆਪਾਂ ਇਲੈਕਸ਼ਨ ਦੀ ਕੰਪੇਨ ਦੇ ਵਿੱਚ ਦੇਖਿਆ ਸੀਗਾ ਵੀ ਪ੍ਰਾਈਮ ਮਿਨਿਸਟਰ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਬਿਲਕੁਲ ਜੀ, ਉਦਾਂ ਹੀ ਕੁਛ ਜਾਣੀ ਕਿ ਰਿਮੈਂਬਰੈਂਸ ਡੇ ਦੀਆਂ ਜਿਹੜੀਆਂ ਸੈਲੀਬ੍ਰੇਸ਼ਨਸ ਆ ਉਹਨਾਂ ਨੂੰ ਡਿਸਰਪਟ ਜਿਹੜਾ ਜੀ ਇਹ ਡੈਮੋਨਸਟ੍ਰੇਸ਼ਨਸ ਦੇ ਦੌਰਾਨ ਹੋਣਾ ਪਿਆ ਜੀ, ਜਿਹਦੇ ਕਰਕੇ ਜੀ ਉਹ ਪੁਲਿਸ ਵੇਲੇ ਕੁਝ ਇੰਸੀਡੈਂਟਸ ਦੀ ਜਿਹੜੀ ਉਹ ਇਨਵੈਸਟੀਗੇਸ਼ਨ ਕਰ ਰਹੇ ਨੇ ਜੀ। ਪਰ ਕੁੱਲ ਮਿਲਾ ਕੇ ਇਹ ਜੀ ਵੀ ਇੱਥੇ ਬਰੈਂਪਟਨ ਦੇ ਵਿੱਚ ਵੀ, ਮਿਸਿਸਾਗਾ 'ਚ ਵੀ, ਟੋਰਾਂਟੋ ਦੇ ਵਿੱਚ ਵੀ ਨਿਰਵਿਘਨ ਜਿਹੜੀਆਂ ਉਹ ਸੈਰੇਮਨੀ ਜਾਂ ਨੇਪਰੇ ਚੜੀਆਂ, ਲੋਕਾਂ ਨੇ ਵੀ ਸ਼ਮੂਲੀਅਤ ਇਸ ਵਾਰ ਕਾਫੀ ਕੀਤੀ ਆ ਜੀ। ਸੋ ਲੋਕਲ ਤੋਂ ਲੈ ਕੇ ਪ੍ਰੋਵਿੰਸ਼ੀਅਲ ਤੇ ਨੈਸ਼ਨਲ ਲੈਵਲ ਤੇ ਜਿਹੜਾ ਜੀ ਰਿਮੈਂਬਰੈਂਸ ਡੇ ਆ ਉਹ ਸਾਡੇ ਜਿਹੜੇ ਫੌਜੀ ਜਵਾਨ ਵੀ ਦੇਸ਼ ਦੀ ਰਾਖੀ ਲਈ ਦੇਸ਼ ਵਿਦੇਸ਼ਾਂ ਦੇ ਵਿੱਚ ਲੜਦਿਆਂ, ਸੰਸਾਰ ਜੰਗਾਂ ਦੇ ਵਿੱਚ ਜਾਂ ਅਦਰਵਾਈਜ਼ ਵੀ ਕਿਤੇ ਆਪਣੀ ਜਾਨ ਨੂੰ ਕੁਰਬਾਨ ਕਰ ਗਏ, ਉਹਨਾਂ ਨੂੰ ਇਸ ਮੌਕੇ ਤੇ ਯਾਦ ਕੀਤਾ ਗਿਆ। ਜੌਲ ਸਾਹਿਬ ਅਗਲੀ ਖਬਰ ਵੱਲ ਅਸੀਂ ਵੱਧਦੇ ਹਾਂ ਜੀ, ਜੋ ਕਾਫੀ ਇੰਟਰਸਟਿੰਗ ਵੀ ਹੈ ਐਂਡ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੈ। ਪਹਿਲਾਂ ਤਾਂ OCI ਬਾਰੇ ਕੋਈ ਪੁੱਛਦਾ ਹੀ ਨਹੀਂ ਸੀ, ਤੇ ਹੁਣ ਤਾਂ OCI ਦੀ ਬੱਲੇ ਬੱਲੇ ਹੋ ਰਹੀ ਹੈ ਜੀ।
ਕਿਉਂਕਿ ਹੁਣ ਸਿਰ ਤੇ ਪੈ ਗਈ ਨਾ ਉਹ ਫਿਰ ਹੁਣ ਸਾਰਿਆਂ ਨੂੰ ਭੱਜ ਨੱਠ ਪਈ ਹੋਈ ਆ। ਆਪਾਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਇੰਡੀਅਨ ਕੌਂਸੂਲੇਟ ਜਾਂ ਫਿਰ ਐਮਬੈਸੀ BLS ਆਫਿਸ ਦੇ ਬਾਹਰ ਸਵੇਰ ਤੋਂ ਲੈ ਕੇ ਮਾਰਕੀਟ ਲੋਕਾਂ ਨੂੰ ਜਾਣਾ ਪੈਂਦਾ। ਫਲਾਈਟਸ ਕਿਉਂਕਿ ਖੁੱਲ ਗਈਆਂ ਤੇ ਉਹਦੇ ਨਾਲ ਫਿਰ ਲੋਕਾਂ ਨੇ ਸਮਝਿਆ ਵੀ ਜੇ ਫਲਾਈਟਸ ਖੁੱਲ ਗਈਆਂ ਤਾਂ ਫਿਰ ਅਸੀਂ ਵੀ ਜਾ ਸਕਦੇ ਹਾਂ। 10 ਫਲਾਈਟਸ ਜਿਹੜੀਆਂ ਚਲੋ ਵੀ ਜਾ ਰਹੀਆਂ ਇੱਥੋਂ ਟੋਰਾਂਟੋ ਤੋਂ ਡੇਲੀ, ਉਧਰ ਮੌਂਟਰੀਅਲ ਤੋਂ 3 ਜਾ ਰਹੀਆਂ ਵੀਕਲੀ ਏਅਰ ਇੰਡੀਆ ਤੇ ਏਅਰ ਕੈਨੇਡਾ, ਹਾਂਜੀ ਉੱਧਰੋਂ ਵੈਨਕੂਵਰ ਤੋਂ ਵੀ ਸਿੱਧੇ ਜਾ ਰਹੇ ਆ। ਸੋ ਤਦ ਕਰਕੇ ਲੇਕਿਨ ਕਿ ਜਿਹੜਾ ਵੀਜ਼ਾ ਹੁਣ ਲੋਕਾਂ ਨੇ ਤਰ੍ਹਾਂ ਦੇ ਆਪੋ ਆਪਣੇ ਰੀਜ਼ਨਸ ਕਰਕੇ, ਹਾਲੇ ਕਿ OCI ਇੱਕ ਐਸਾ ਪ੍ਰਿਵਿਲੇਜ ਹੈ ਜਿਹੜਾ ਲੋਕਾਂ ਨੂੰ ਵੀ ਜਾਣੀ ਕਿ ਉਹਨਾਂ ਦੀ ਫੈਸਿਲਿਟੀ ਵਾਸਤੇ ਦਿੱਤਾ ਗਿਆ ਵੀ ਜੇ ਤੁਸੀਂ ਇੰਡੀਅਨ ਓਰੀਜਨ ਦੇ ਹੈਗੇ ਆ ਜੀ ਤੇ ਵੀ ਜਾਣੀ ਕਿ ਤੁਸੀਂ ਇੱਥੋਂ ਤੱਕ ਕਿ ਪੇਰੈਂਟਸ, ਗ੍ਰੈਂਡ ਪੇਰੈਂਟਸ ਤੱਕ ਜਿਹੜਾ ਜੀ ਕਿ 3 ਜਨਰੇਸ਼ਨਸ ਨੂੰ ਇਹ ਫੈਸਿਲਿਟੀ ਉਪਲਬਧ ਕਰਾਈ ਗਈ ਆ ਭਾਰਤੀ ਮੂਲ ਦੇ ਲੋਕਾਂ ਨੂੰ। ਵੀ ਉਹ ਕਈ ਵਾਰ ਜਾਣੀ ਕਿ ਸੁਣੀਆਂ ਸੁਣਾਈਆਂ ਗੱਲਾਂ ਜਿਹੜੀਆਂ ਗੰਢਾਂ ਆਪਾਂ ਮਨਾਂ ਦੇ ਵਿੱਚ ਬੰਨ੍ਹਦੇ ਹਾਂ ਵੀ OCI ਜੇ ਅਸੀਂ ਲੈ ਲਈ ਤੇ ਸਾਡੀ ਜਿਹੜੀ ਕੈਨੇਡੀਅਨ ਸਿਟੀਜ਼ਨਸ਼ਿਪ ਆ ਉਹਦੇ ਤੇ ਕੋਈ ਅਸਰ ਨਾ ਹੋ ਜੇ, ਫਿਰ ਵੀ ਜੇ ਕੋਈ ਸਿਚੁਏਸ਼ਨ ਇਹੋ ਜਿਹੀ ਬਣਦੀ ਆ ਤੇ ਉੱਥੇ ਜਾ ਕੇ ਫਿਰ ਅਸੀਂ ਕਿਤੇ ਮਤਲਬ ਫਸ ਨਾ ਜਾਈਏ, ਘਿਰ ਨਾ ਜਾਈਏ ਵੀ ਉਹ ਨਾ ਹੋਵੇ ਕੈਨੇਡੀਅਨ ਗਵਰਨਮੈਂਟ ਸਾਡੀ ਮਦਦ ਹੀ ਨਾ ਕਰੇ। ਇਹ ਗੱਲਾਂ ਜਿਹੜੀਆਂ ਸੁਣੀਆਂ ਸੁਣਾਈਆਂ ਅਸੀਂ ਕੋਲੋਂ ਮਨਾ ਲੈਂਦੇ ਹਾਂ। ਫਿਰ ਹੁੰਦਾ ਜੀ ਵੀ ਸਾਡੀ ਉੱਥੇ ਪ੍ਰੋਪਰਟੀ ਆ, ਸਾਡੀ ਉੱਥੇ ਜਾਇਦਾਦ ਹੈ। ਸੋ ਇਸ ਤਰ੍ਹਾਂ ਦੇ ਫੈਕਟਰਸ ਆ ਨਾ ਜਿਹੜੇ ਜੀ ਇਹ ਨਿਰਮੂਲ ਆ ਵੀ ਜਾਣੀ OCI ਉਹਨਾਂ ਗੱਲਾਂ ਦੇ ਨਾਲ ਬਿਲਕੁਲ ਨਹੀਂ ਸੰਬੰਧਿਤ ਜਿਹੜੀਆਂ ਕਿ ਆਪਣਾ ਬਣਾ ਕੇ ਪਿਛਲੇ ਦਹਾਕਿਆਂ ਤੋਂ ਇਸ ਕਮਾਲ ਦੀ ਸੁੰਦਰ ਫੈਸਿਲਿਟੀ ਦਾ ਜਿਹੜਾ ਜੀ ਫਾਇਦਾ ਲੋਕਾਂ ਨੇ ਨਹੀਂ ਲਿਆ ਜੀ। ਵੀਜ਼ਿਆਂ ਦੇ ਝੰਜਟ ਵਿੱਚ ਪਿਆ ਗਿਆ ਬਾਰ-ਬਾਰ। ਸੋ ਲੇਕਿਨ ਕਿ ਵੀ OCI ਹੁਣ ਆਪਾਂ ਦੇਖ ਰਹੇ ਹਾਂ ਵੀ ਜਦੋਂ ਤੋਂ ਵੀਜ਼ਾ ਇਹ ਤੰਗੀ ਆਈ ਆ OCI ਵਾਲੇ ਲੋਕ ਆ ਜਾ ਸਕਦੇ ਨੇ ਤੇ ਹੁਣ ਫਿਰ ਇੱਕਦਮ ਜਿਹੜਾ ਜੀ ਵੀ OCI ਦਾ ਰਸ਼ ਵਧਿਆ ਹੋਇਆ। ਸਾਰੇ ਲੋਕ ਆਪਣੇ ਕਾਗਜ਼ ਇਕੱਠੇ ਕਰਕੇ ਕੋਸ਼ਿਸ਼ ਆ ਵੀ OCI ਲਓ। ਉਹਦੇ ਨਾਲ ਫਿਰ ਕੀ ਹੋਇਆ ਆਲ ਆਫ ਸਡਨ ਜਿਹੜਾ ਜਾਣੀ ਕਿ 2 ਕੁ ਮਹੀਨਿਆਂ 'ਚ OCI ਆਉਂਦਾ ਸੀਗਾ, ਹੁਣ ਵੇਟਿੰਗ ਪੀਰੀਅਡ ਵੱਧ ਕੇ 3 ਕੁ ਮਹੀਨੇ ਦੇ ਕਰੀਬ ਹੋ ਚੁੱਕਾ ਜੀ। ਸੋ ਇਹ ਕਿਉਂਕਿ ਪ੍ਰੋਸੈਸਿੰਗ ਟਾਈਮ ਨੈਚੁਰਲੀ ਜੇ ਐਪਲੀਕੇਸ਼ਨ ਦਾ ਰਸ਼ ਵਧੂਗਾ ਤੇ ਉਹਦੇ ਲਈ ਫਿਰ ਬੈਕਲੌਗ ਹੋਊਗਾ ਤੇ OCI ਜਿਹੜੀ ਆ ਜੀ ਵੀ ਉਹ ਲੋਕਾਂ ਨੂੰ ਡਿਲੇ ਮਿਲੇਗੀ ਜੀ। ਇਹਨਾਂ ਲੋਕਾਂ ਦੇ ਕੋਲ ਵੇਟ ਕਰਨ ਦਾ ਟਾਈਮ ਹੈ, ਨੈਚੁਰਲੀ ਉਹ ਅਪਲਾਈ ਤਾਂ ਕਰ ਹੀ ਰਹੇ ਆ, ਪਰ ਦੂਸਰੇ ਪਾਸੇ ਜੇ ਅਸੀਂ ਅਪਲਾਈ ਹੀ ਨਹੀਂ ਕਰਾਂਗੇ ਤੇ ਫਿਰ ਤੇ ਇਹ ਵੀ ਨਹੀਂ ਕਹਿ ਸਕਦੇ ਵੀ 2 ਮਹੀਨਿਆਂ ਬਾਅਦ ਜਾਂ 3 ਮਹੀਨਿਆਂ ਬਾਅਦ ਮਿਲ ਜੂ। ਅਪਲਾਈ ਕਰਾਂਗੇ ਤੇ ਅਸੀਂ ਵੇਟ ਕਰ ਸਕਦੇ ਹਾਂ। ਸੋ ਉਸ ਲਿਹਾਜ਼ ਨਾਲ ਕਾਫੀ ਸਾਰੇ ਲੋਕ ਹੁਣ ਅੱਗੇ ਨਾਲੋਂ ਜਿਹੜਾ ਜੀ ਵੀ ਉਹਨਾਂ ਨੂੰ ਰੋਸ਼ਨੀ ਹੋ ਗਈ ਆ ਵੀ ਅਸੀਂ ਬੀਤੇ ਸਮੇਂ 'ਚ ਗਲਤੀ ਕੀਤੀ ਆ ਇਹ ਫੈਸਿਲਿਟੀ ਨਾ ਲੈ ਕੇ। ਹੁਣ ਦੂਸਰੇ ਪਾਸੇ ਅਸੀਂ ਬਹੁਤ ਸਾਰੇ ਲੋਕ ਨਾ ਉੱਥੇ ਅਰਸ਼ ਪੰਜਾਬ ਦੇ ਵਿੱਚ ਜੇਲ੍ਹਾਂ ਦੇ ਵਿੱਚ ਵੀ ਦੇਖਿਆ ਜਿਹੜੇ ਕੈਨੇਡੀਅਨ ਸਿਟੀਜ਼ਨ ਆ ਨਾ, ਕੋਈ ਡਰੱਗ ਦੇ ਕੇਸ 'ਚ ਚਲਾ ਗਿਆ ਜੀ, ਕਿਸੇ ਨੇ ਕੋਈ ਮਨੀ ਲਾਂਡਰਿੰਗ ਕਰ ਲਿਆ ਜੀ, ਜਾਂ ਹੋਰ ਕੋਈ ਉੱਥੇ ਜਾ ਕੇ ਚਾਰਜਿਸ ਮਤਲਬ ਜਾਇਜ਼ ਲੱਗ ਗਏ, ਨਜਾਇਜ਼ ਲੱਗ ਗਏ, ਉਹ ਗੱਲ ਵੱਖਰੀ ਆ। ਪਰ ਹੁਣ ਜਦੋਂ ਕੋਈ ਡਜ਼ਨਟ ਮੈਟਰ ਵੀ ਕਿਹੜਾ ਸਿਟੀਜ਼ਨ ਆ, ਇੰਡੀਆ ਦੇ ਵਿੱਚ ਜਾ ਕੇ ਉੱਥੇ ਜੇ ਕ੍ਰਿਮੀਨਲ ਚਾਰਜ ਲੱਗ ਗਿਆ, ਕੈਨੇਡੀਅਨ ਗਵਰਨਮੈਂਟ ਉਹਨੂੰ ਉੱਥੋਂ ਚੁੱਕ ਕੇ ਨਹੀਂ ਲਿਆ ਸਕਦੀ। ਜੇ ਕਿਸੇ ਨੂੰ ਅੱਜ ਤੱਕ ਲਿਆਂਦਾ ਤੇ ਦੱਸੋ ਹਨਾ। ਸੋ ਤਦ ਕਰਕੇ ਇਹ ਆ ਕਿ ਪੋਲੀਟੀਕਲ ਰੀਜ਼ਨ ਕਰਕੇ ਕਿਸੇ ਨੂੰ ਅਰੈਸਟ ਕਰ ਲਿਆ ਹੋਵੇ ਉਹ ਗੱਲ ਡਿਫਰੈਂਟ ਆ, ਪਰ ਚਾਰਜ ਕ੍ਰਿਮੀਨਲ ਆ। ਹੁਣ ਤੁਸੀਂ ਦੱਸੋ ਵੀ ਆਮ ਵਿਅਕਤੀ ਨੇ ਅਰਸ਼ ਇੱਥੋਂ ਆਉਣਾ ਜਾਣਾ ਆ, ਆਪਣਾ ਥੋੜੇ ਸਮੇਂ ਲਈ ਜਾਣਾ, ਥੋੜੇ ਸਮੇਂ ਲਈ ਮੁੜ ਜਾਣਾ, ਵੀ ਉਹਨੇ ਉੱਥੇ ਜਾ ਕੇ ਕਿਹੜਾ ਕੋਈ ਕ੍ਰਾਈਮ ਕਰਨਾ, ਕੋਈ ਪੁੱਠਾ ਕੰਮ ਕਰਨਾ। ਆਮ ਦੁਨੀਆ ਆਉਂਦੀ ਆ ਜਾਂਦੀ, ਉੱਥੇ ਸਾਰਿਆਂ ਨੂੰ ਥੋੜਾ ਫੜ ਅੰਦਰ ਕਰੀ ਜਾਂਦੇ ਆ। ਤੁਹਾਡੇ ਡੈਡ ਵੀ ਜਾਂਦੇ ਹੀ ਆ, ਤੁਸੀਂ ਵੀ ਉੱਥੋਂ ਹੀ ਆਏ ਆ, ਤੁਸੀਂ ਉੱਥੋਂ ਫਿਲਮਾਂ ਬਣਾ ਕੇ ਆਏ ਆ ਹਨਾ। ਸੋ ਇੰਨਾ ਵੀ ਕੋਈ ਨੇਰਗਰਦੀ ਨਹੀਂ ਪਈ ਹੋਈ ਜਿਹੜੇ ਆਪਾਂ ਗੱਲਾਂ ਦੇ ਵਿੱਚ ਆ ਕੇ ਜਾਣੀ ਕਿ ਇਹੋ ਜਿਹੀਆਂ ਫੈਸਿਲਿਟੀਜ਼ ਦਾ ਆਪਣਾ ਨੁਕਸਾਨ ਕਰਦੇ ਨਾ ਲੈ ਕੇ ਵੀ ਨਾ ਆਪਾਂ ਉੱਥੇ ਜਾ ਕੇ ਵਾਹੀ ਕਰਨੀ। ਜਰਾ ਸੋਚ ਕੇ ਤੇ ਦੇਖੋ ਵੀ ਆਪਾਂ ਉੱਥੇ ਕੈਨੇਡਾ ਤੋਂ ਜਾ ਕੇ ਹੁਣ ਵਾਹੀ ਕਰਨੀ ਪੰਜਾਬ ਦੇ ਵਿੱਚ, ਜਿਹੜਾ ਸਾਨੂੰ ਖੇਤੀਯੋਗ ਜ਼ਮੀਨ ਚਾਹੀਦੀ ਆ OCI ਦੇ ਵਿੱਚ ਤੁਸੀਂ ਨਹੀਂ ਲੈ ਸਕਦੇ। ਰੈਜ਼ੀਡੈਂਸ਼ੀਅਲ ਤੁਸੀਂ ਰਹਿਣਾ ਹੋ ਸਕਦਾ ਤੇ ਉਹਦੇ ਵਾਸਤੇ ਲੈ ਸਕਦੇ ਹੋ OCI ਫੈਸਿਲਿਟੀ। ਐਜ਼ ਏ ਵਿਜ਼ਿਟਰ ਤੁਸੀਂ ਜਿਹੜਾ ਥੋੜਾ ਵੀਜ਼ਾ ਲੈ ਕੇ ਜਾਂਦੇ ਹੋ ਉਹਦੇ ਤੇ ਤਾਂ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਵੀ ਨਹੀਂ ਲੈ ਸਕਦੇ ਬਿਲਕੁਲ। OCI ਤੇ ਲੈ ਸਕਦੇ ਹੋ। OCI ਤੇ ਉੱਥੇ ਜੇ ਲੰਬੇ ਸਮੇਂ ਲਈ ਰਹਿਣਾ ਤੇ ਮਤਲਬ ਤੁਸੀਂ ਬਾਅਦ ਆਧਾਰ ਕਾਰਡ ਵੀ ਲੈ ਸਕਦੇ ਹੋ ਜਦੋਂ ਤੁਸੀਂ ਉੱਥੇ 2 ਸਾਲ ਲਗਾਤਾਰ ਰਹਿੰਦੇ ਆ ਜੀ। ਸੋ ਇਸ ਤਰ੍ਹਾਂ ਦੀਆਂ ਫੈਸਿਲਿਟੀਜ਼ ਹੈਗੀਆਂ ਜਿਹੜੀਆਂ ਕਿ ਅਸੀਂ ਅੱਖਾਂ ਬੰਦ ਕਰਕੇ ਸੁਣੀਆਂ ਸੁਣਾਈਆਂ ਗੱਲਾਂ ਇੱਧਰੋਂ ਰਿਸ਼ਤੇਦਾਰਾਂ ਵਗੈਰਾ ਚੋਂ ਇਸ ਵੱਡੀ ਫੈਸਿਲਿਟੀ ਨੂੰ ਹੁਣ ਤੱਕ ਇਗਨੋਰ ਕਰਕੇ ਰੱਖਿਆ। ਤਦ ਕਰਕੇ ਹੁਣ ਜਦੋਂ ਸਿਰ ਤੇ ਪਈ ਹੈ ਤੇ ਸਾਰਿਆਂ ਨੂੰ ਜਿਹੜੀ ਉਹ ਭੱਜ ਨੱਠ ਪਈ ਹੋਈ ਹੈ ਤੇ OCI ਦੀਆਂ ਐਪਲੀਕੇਸ਼ਨ ਦਾ ਰਸ਼ ਹੈ ਜਿਹੜਾ ਵੱਧ ਰਿਹਾ। ਜੌਲ ਸਾਹਿਬ ਆਪਾਂ ਪਹਿਲਾਂ ਕੋਵਿਡ ਦੀ ਗੱਲ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਲਾਈਫ ਸਰਟੀਫਿਕੇਟ ਜੋ ਕੱਲ੍ਹ ਨੂੰ ਬਾਰ-ਬਾਰ ਅਸੀਂ 10 ਵਜੇ ਤੋਂ ਲੈ ਕੇ 2 ਵਜੇ ਤੱਕ ਜੋ ਹਿੰਦੂ ਸਭਾ ਟੈਂਪਲ ਹੈ ਉਹਦੇ ਬਾਰੇ ਆਪਾਂ ਜਾਣਕਾਰੀ ਫਟਾਫਟ ਦੇ ਦਈਏ ਜੀ। ਯੈਸ ਬਿਲਕੁਲ ਜੀ। ਵੀ ਇਹ ਬਰੈਂਪਟਨ ਦੇ ਵਿੱਚ ਕਹਿ ਲਓ ਵੀ ਇਸ ਸੀਜ਼ਨ ਦਾ ਇਹ ਦੂਸਰਾ ਲਾਈਫ ਸਰਟੀਫਿਕੇਟ ਔਨ ਦਾ ਲੋਕੇਸ਼ਨ ਕਹਿ ਲਓ ਵੀ ਔਨ ਦਾ ਡੋਰ ਸਟੈਪ ਇਸ਼ੂ ਕਰਨ ਦਾ ਕੈਂਪ ਹੋਏਗਾ। ਦੂਸਰਾ ਜਿਹੜਾ ਕਿ ਕੰਟੀਨਿਊਸਲੀ ਜਾਣੀ ਕਿ 2nd ਵੀਕ ਲੱਗਣ ਜਾ ਰਿਹਾ। ਲਾਸਟ ਵੀਕ ਦਾ ਜਿਹੜਾ ਕੈਂਪ ਆ ਜੀ ਉਹਦੇ ਤੋਂ ਕੁਝ ਲੈਸਨਸ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਆਉਣ ਵਾਲੇ ਕੈਂਪਸ ਦੇ ਵਿੱਚ ਇਹ
ਲੋਕਾਂ ਨੇ ਵੀ ਤੇ ਕੌਂਸਲੇਟ ਜਨਰਲ ਨੂੰ ਵੀ ਫੀਡਬੈਕ ਨਾਲ ਦੀ ਨਾਲ ਪਹੁੰਚੀ ਹੋਈ ਆ ਵੀ ਜੋ ਕੁਝ ਫੇਸ ਕਰਨਾ ਪਿਆ ਸਿੱਖ ਹੈਰੀਟੇਜ ਸੈਂਟਰ ਦੇ ਵਿੱਚ ਲਾਈਨ ਅਪ ਲੰਬੀ ਵਗੈਰਾ ਹੋ ਗਈ ਜੀ 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 ਵੋਲੰਟੀਅਰਸ ਦੀਆਂ ਵੀ ਸਿਫਤਾਂ ਕਾਫੀ ਨੇ। ਚਲੋ ਉਹਨਾਂ ਨੇ ਬਹੁਤ ਅੱਛੇ ਕੰਮ ਵੀ ਆਪਣੇ ਵੱਲੋਂ ਵੋਲੰਟੀਅਰ ਜਿਹੜਾ ਜੀ ਵੀ ਕੰਟਰੀਬਿਊਟ ਕਰਦੇ ਆ ਅਰਸ਼। ਪਰ ਹੁਣ ਕੱਲ ਨੂੰ 13 ਨਵੰਬਰ ਨੂੰ ਜਾਣੀ ਕਿ ਇਹ ਜਿਹੜੇ ਸੈਕੰਡ ਲਾਈਫ ਸਰਟੀਫਿਕੇਟ ਆ ਇਹ ਹਿੰਦੂ ਸਭਾ ਟੈਂਪਲ ਆ ਨਾ ਜਿਹੜਾ ਗੋਲ ਰੋਡ ਤੇ ਜੀ, ਉੱਥੇ ਇਹ ਲੱਗੇਗਾ। ਤੇ ਇਹ ਮਤਲਬ ਉਹ ਲੋਕੇਸ਼ਨ ਆ ਜਿੱਥੇ ਕਿ ਚਾਰੇ ਪਾਸੇ ਜਾਣੀ ਕਿ ਸਿਰਫ ਭਾਰਤੀ ਮੂਲ ਦੇ ਲੋਕਾਂ ਦੀ ਵੱਡੀ ਤਾਦਾਦ ਦੇ ਵਿੱਚ ਜਿਹੜੀ ਪਾਪੂਲੇਸ਼ਨ ਹੈਗੀ ਹੈ, ਪੰਜਾਬੀ ਉਹਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਨੇ। ਤੇ ਲਾਈਫ ਸਰਟੀਫਿਕੇਟ ਜਿਹੜਾ ਜੀ ਮੇਨਲੀ ਇਹ ਪੈਨਸ਼ਨਰਸ ਨੂੰ ਚਾਹੀਦਾ ਹੁੰਦਾ ਭਾਰਤ ਤੋਂ ਜਿਹੜੇ ਸਰਵ ਕਰਕੇ ਆਏ ਆ ਰਿਟਾਇਰਡ ਹੋ ਕੇ ਲੋਕ, ਹਰ ਸਾਲ ਉਹਨਾਂ ਨੂੰ ਆਪਣੀ ਲਾਈਫ ਦਾ ਵੀ ਅਸੀਂ ਜਿਉਂਦੇ ਆ, ਸਾਡੀ ਪੈਨਸ਼ਨ ਕੰਟੀਨਿਊ ਰੱਖੀ ਜਾਵੇ। ਇਹ ਸਰਟੀਫਿਕੇਟ ਜਿਹੜਾ ਉਹ ਦੇਣਾ ਪੈਂਦਾ। ਇਹ ਸਰਟੀਫਿਕੇਟ ਦੇਣ ਦੇ ਲਈ ਬਿਲਕੁਲ ਇਹ ਫ੍ਰੀ ਸਰਵਿਸ ਹੈ, ਇਹਦਾ ਕੋਈ ਚਾਰਜ ਕੋਈ ਫੀ ਨਹੀਂ ਲਈ ਜਾਂਦੀ। ਸੋ ਕਹ ਲਓ ਕਿ ਡੋਰ ਸਟੈਪ ਤੇ ਆ ਕੇ ਦੇਣ ਵਾਲੀ ਇਹ ਸਰਵਿਸ ਆ ਵੀ ਕਿਤੇ ਬਹੁਤੀ ਦੂਰ ਜਾਣਾ ਨਾ ਪਵੇ ਜੀ। ਇਹਦਾ ਫਾਇਦਾ ਜਿਹੜਾ ਜੀ ਕੱਲ ਨੂੰ ਗੌਰ ਮੰਦਿਰ ਦੇ ਵਿੱਚ ਜਾ ਕੇ ਲਿਆ ਜਾ ਸਕਦਾ ਹੈ। ਔਰ ਸੰਡੇ 14 ਨੂੰ ਹਿੰਦੂ ਹੈਰੀਟੇਜ ਸੈਂਟਰ ਜੋ ਬਿਸਾਗਾ ਰੋਡ ਦੇ ਉੱਤੇ ਹੈ ਜੀ, ਉੱਥੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਹੋਵੇਗਾ ਤੇ ਅੱਗੇ ਚੱਲ ਕੇ ਵੀ ਆਪਾਂ ਐਵਰੀਡੇ ਜਾਣਕਾਰੀ ਦੇ ਜਾਵਾਂਗੇ। ਸੋ ਤੁਸੀਂ ਸੁਣਦੇ ਤੇ ਦੇਖਦੇ ਜਾ ਰਹੇ ਹੋ ਪ੍ਰੋਗਰਾਮ ਤੁਹਾਡਾ ਮਨਪਸੰਦ ਰੰਗਲਾ ਪੰਜਾਬ ਔਰ ਪਲੈਨਟ ਫਾਈਨੈਂਸ਼ੀਅਲ ਦੇ ਗੌਰਵ ਕੁਮਾਰ ਜੀ ਵੱਲੋਂ ਅਗਲਾ ਸਵਾਲ ਪੁੱਛਿਆ ਜਾ ਰਿਹਾ ਹੈ। ਜੌਲ ਸਾਹਿਬ, ਕੋਵਿਡ ਦੇ ਕੇਸਿਸ ਜੀ ਦਿਨ ਬਾਏ ਦਿਨ ਵੱਧਦੇ ਜਾ ਰਹੇ ਨੇ ontario ਦੇ ਵਿੱਚ ਇੱਕ ਵਾਰੀ ਫਿਰ ਤੋਂ। ਕੀ ਤੁਹਾਨੂੰ ਲੱਗਦਾ ਹੈ ਕਿ ਚੌਥੀ ਵੇਵ ਜੋ ਪ੍ਰੈਡਿਕਟ ਕੀਤੀ ਗਈ ਸੀ ਕਿ ਆਉਣੀ ਸੀ ਬਟ ਨਹੀਂ ਆਈ? ਸੋ ਵਾਟ ਡੂ ਯੂ ਥਿੰਕ? ਦੇਖੋ, ਜ਼ਿੰਦਗੀ ਦੇ ਵਿੱਚ ਕਹਿੰਦੇ ਨਾ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਅੱਛੇ ਬੁਰੇ ਜਾਂ ਕੋਈ ਵੀ ਸਿਚੁਏਸ਼ਨ ਆ ਉਹ ਚੇਂਜ ਹੁੰਦੀ ਰਹਿੰਦੀ ਹੈ, ਜੋ ਕਿ ਨੇਚਰ ਦਾ ਇੱਕ ਰੂਲ ਹੈ। ਹਰ ਇੱਕ ਚੀਜ਼ ਨੇ ਚੇਂਜ ਹੁੰਦੇ ਹੀ ਰਹਿਣਾ, ਉਹਦੇ ਵਿੱਚ ਕੋਈ ਨਾ ਕੋਈ ਐਕਟੀਵਿਟੀ ਰਹਿਣੀ ਆ ਨਾ। ਜੀ ਜੀ ਜੀ। ਜਿੱਦਾਂ ਹੁਣ ਆਪਾਂ ਕਹਿੰਦੇ ਨਾ ਵੀ ਸੁੱਖ ਰਵੇ ਜੀ, ਆਪਣੀ ਅਰਦਾਸ ਹੁੰਦੀ ਸੁੱਖ ਸ਼ਾਂਤੀ ਰਵੇ, ਪਰ ਉਹ ਰਹਿ ਨਹੀਂ ਸਕਦੀ। ਅਸੀਂ ਇਹ ਕੁਦਰਤ ਦਾ ਅਸੂਲ ਹੈ ਵੀ ਕੋਈ ਵੀ ਜੀਵ ਇਸ ਧਰਤੀ ਤੇ ਸਦਾ ਉਹ ਖੁਸ਼ ਨਹੀਂ ਰਹਿ ਸਕਦਾ, ਸਦਾ ਉਹ ਦੁਖੀ ਨਹੀਂ ਰਹਿ ਸਕਦਾ। ਕੁਦਰਤ ਦਾ ਅਸੂਲ ਹੈ ਜੀ। ਜਿੰਨਾ ਮਰਜ਼ੀ ਤੁਸੀਂ ਜ਼ਿੰਦਗੀ 'ਚ ਜਾਣੀ ਸੰਤੁਸ਼ਟ ਖੁਸ਼ ਰਹਿਣ ਦੀ ਕੋਸ਼ਿਸ਼ ਕਰ ਲਓ, ਪਰ ਕਿਤੇ ਨਾ ਕਿਤੇ ਆਪੇ ਕੋਈ ਨਾ ਕੋਈ ਵੇਦ ਐਸੀ ਬਣਦੀ ਜਾਣੀ ਆ, ਹਨਾ। ਹੋਰ ਕੋਈ ਕੁਛ ਨਾ ਹੋ ਖੰਘ ਜ਼ੁਕਾਮ ਹੀ ਲੱਗ ਜੂ, ਮਤਲਬ ਦੁਖੀ ਹੋਣ ਦਾ ਕੋਈ ਨਾ ਕੋਈ ਰੀਜ਼ਨ ਬਣ ਜਾਊਗਾ। ਸੋ ਤਦ ਕਰਕੇ ਇਹ ਆ ਜੀ ਵੀ ਜਿਹੜਾ ਇਹ ਸਮਾਂ ਚੇਂਜ ਹੋਣ ਵਾਲੀ ਗੱਲ ਹੈ ਤੇ ਇਹ ਕੋਵਿਡ ਦੀਆਂ ਲਹਿਰਾਂ ਤੇ ਵੀ ਉਦਾਂ ਹੀ ਗੱਲ ਟੁੱਕਦੀ ਆ। ਇਹ ਨੀ ਗਾ ਵੀ ਜੇ ਕੇਸ ਇੱਕ ਵਾਰ ਵੱਧ ਗਏ ਤੇ ਉਹ ਵਧੇ ਹੀ ਰਹਿਣੇ ਆ, ਇਹ ਨੀ ਗਾ ਵੀ ਜੇ ਕੇਸ ਇੱਕ ਵਾਰ ਘਟ ਗਏ ਤੇ ਉਹ ਘਟੇ ਹੀ ਰਹਿਣੇ ਨੇ। ਇਹ ਵਾਧਾ ਘਾਟਾ ਜਿਹੜਾ ਚੱਲਦਾ ਰਹੂਗਾ। ਇਹਦੇ ਵਿੱਚ ਜਿਹੜਾ ਮੇਜਰ ਫੈਕਟਰ ਆ ਉਹ ਵੈਕਸੀਨ ਆ ਜੀ, ਤੇ ਵੈਕਸੀਨ ਉਹ ਕਹਿ ਰਹੇ ਜੀ ਵਰਕ ਕਰਦੀ ਆ, ਜਿਸ ਕਰਕੇ ਇਹ ਵਧੇ ਹੋਏ ਕੇਸਾਂ ਦੇ ਬਾਰੇ ਉਸ ਤਰੀਕੇ ਦੇ ਨਾਲ ਚਿੰਤਤ ਨਹੀਂ ਹੈਗੇ ਮੈਡੀਕਲ ਐਕਸਪਰਟ ਜਿਹੜੇ ਕਿ ਪਿਛਲੇ ਸਾਲ ਸੀ ਜਾਂ ਇਸ ਸਾਲ ਦੇ ਸ਼ੁਰੂ ਦੇ ਵਿੱਚ ਵੀ ਸੀ ਜੀ। ਸੋ ਇਹ ਥੋੜਾ ਬਹੁਤਾ ਜਿਹੜਾ ਜੀ ਵੀ ਡੈਂਟਿਆ ਇਹ ਪੈਂਦਾ ਰਹਿਣਾ। ਕੱਲ ਜਿਹੜੇ ਕੇਸ ਆਪਾਂ ਦੇਖਿਆ 642 ਰਿਪੋਰਟ ਹੋਏ ਸੀਗੇ, ਲੇਕਿਨ ਕਿ ਜਿਹੜਾ ਜੀ ਕੋਈ ਮੌਤ ਦਾ ਤਾਂਡਵ ਹੈ, ਡੈਥ ਰੇਟ ਇਹ ਕਾਫੀ ਡਾਊਨ ਆ। ਇਹ ਵੀ ਅਪ ਡਾਊਨ ਜਾਂਦਾ ਜ਼ਰੂਰ ਰਹਿੰਦਾ, ਡਿਪੈਂਡ ਕਰਦਾ ਵੀ ਜਿਹੜਾ ਜੀ ਵੀ ICU ਦੇ ਵਿੱਚ ਹੋਸਪਿਟਲ ਦੇ ਵਿੱਚ ਐਡਮਿਸ਼ਨਸ ਜਿਹੜੀਆਂ ਉਹ ਕਿੰਨੀਆਂ ਕੁ ਹੈਗੀਆਂ। ਪਰ ਇੱਕ ਵਾਰ ਫਿਰ ਜਾਣੀ ਇਹੀ ਆ ਵੀ ਹੋਸਪਿਟਲ ਦੇ ਵਿੱਚ ਜਿਹੜੀਆਂ ਐਡਮਿਸ਼ਨਸ ਹੈਗੀਆਂ 100-125 ਦੇ ਕਰੀਬ ontario ਦੇ ਵਿੱਚ ਵੀ ਜਾਣੀ ਕਿ ਉਹਦੇ ਵਿੱਚ ਵਾਸਟ ਮੈਜੋਰਟੀ ਲੋਕ ਆ ਜਿਹੜੇ ਕਿ ਵੈਕਸੀਨੇਟਡ ਸੀਗੇ, ਜਾਂ ਫਿਰ ਵੈਕਸੀਨੇਟਡ ਉਹ ਲੋਕ ਜਿਨ੍ਹਾਂ ਦਾ ਕਿ ਇਮਿਊਨ ਸਿਸਟਮ ਕੰਪਰੋਮਾਈਜ਼ ਸੀਗਾ ਤੇ ਦੋ ਜਿਹੜੀਆਂ ਉਹਨਾਂ ਨੂੰ ਡੋਜ਼ਸ ਲੱਗਿਆ ਨੂੰ ਸਮਾਂ ਹੋ ਗਿਆ ਤੇ ਬੂਸਟਰ ਸ਼ਾਟ ਦੀ ਲੋੜ ਹੋ ਸਕਦੀ ਹੈ, ਜਾਂ ਫਿਰ ਜਾਣੀ ਕਿ ਵੀ ਉਹਨਾਂ ਤੇ ਫਿਰ ਕੋਵਿਡ ਦਾ ਵਾਇਰਸ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਰੂ ਪੈਣ ਦੇ ਚਾਂਸਸ ਵੱਧ ਜਾਂਦੇ ਆ। ਪਰ ਵੈਕਸੀਨ ਦੇ ਸਦਕਾ ਜਾਣੀ ਕਿ ਡੈਥ ਹੋਣ ਦਾ ਚਾਂਸ ਬਹੁਤ ਘੱਟ ਆ। ਵੀ ਅਜੇ ਤੱਕ ਦੱਸਿਆ ਜਾਵੇ ਕਿਸੇ ਵੈਕਸੀਨੇਟ ਹੋਏ ਵਿਅਕਤੀ ਦੀ ਡੈਥ ਵੀ ਹੋਈ ਆ ਕੋਵਿਡ ਕਰਕੇ ਇੱਕਾ ਦੁੱਕਾ ਤੋਂ ਇਲਾਵਾ, ਹਨਾ। ਸੋ ਇਹ ਪਰਸਨਲ ਕੇਸਿਸ ਦੇ ਵਿੱਚ ਕਿਤੇ ਨਾ ਕਿਤੇ ਚਲੋ ਥੋੜਾ ਅਪ ਡਾਊਨ ਹੋ ਸਕਦਾ। ਹਰ ਸਰੀਰ ਦੇ ਵਿੱਚ ਹਰ ਦਵਾਈ ਨੇ ਜਾ ਕੇ ਆਪਣੇ ਤਰੀਕੇ ਨਾਲ ਰਿਐਕਟ ਕਰਨਾ ਹੁੰਦਾ, ਬਟ ਇਨ ਜਨਰਲ ਮਤਲਬ ਵੈਕਸੀਨ ਦੇ ਨਾਲ ਮੌਤਾਂ ਰੁਕੀਆਂ ਨੇ, ਮੌਤਾਂ ਹੋ ਨਹੀਂ ਰਹੀਆਂ ਵੈਕਸੀਨ ਕਰਕੇ, ਹਨਾ। ਸੋ ਤਦ ਕਰਕੇ ਇਹ ਅਪੀਲ ਹੈ ਵੀ ਵੈਕਸੀਨੇਸ਼ਨ ਕਲੀਨਿਕ ਵੀ ਇਨਕਲੂਡਿੰਗ ਬਰੈਂਪਟਨ ਉੱਥੇ ਡਿਕਸੀ ਸੰਦਲਵੁੱਡ ਦੀ ਨੁੱਕਰ ਤੇ ਸੇਮੈਕ ਸੈਂਟਰ ਦੇ ਵਿੱਚ ਵੀ ਕਲੀਨਿਕ ਜਿਹੜਾ ਚੱਲ ਰਿਹਾ, ਫਸਟ ਡੋਜ਼ ਵੀ ਦੇ ਰਹੇ ਨੇ, ਸੈਕੰਡ ਵੀ ਦੇ ਰਹੇ ਨੇ, ਬੂਸਟਰ ਵੀ ਦੇ ਰਹੇ ਨੇ। ਸੋ ਬੂਸਟਰ ਲਈ ਜਿਹੜੇ ਐਲੀਜੀਬਲ ਲੋਕ ਨੇ ਵੀ 6 ਮਹੀਨੇ ਹੋ ਗਏ ਜੀ ਸੈਕੰਡ ਡੋਜ਼ ਲੱਗੀ ਨੂੰ, ਤੇ 70 ਸਾਲ ਤੋਂ ਜੇ ਉਮਰ ਜ਼ਿਆਦਾ ਜਾਂ ਫਿਰ ਅਦਰਵਾਈਜ਼ ਕੰਪਰੋਮਾਈਜ਼ਡ ਹੈ ਇਮਿਊਨ ਸਿਸਟਮ ਕਿਸੇ ਇਲਾਜ ਰੋਗ ਕਰਕੇ ਤੇ ਲਵਾਇਆ ਜਾ ਸਕਦਾ ਜੀ, ਆਪਣੀ ਸੇਫਟੀ ਆ। ਦੂਸਰਾ ਜਿਹੜਾ ਜੀ ਇਕੱਠਾਂ ਤੋਂ ਸਾਵਧਾਨ ਕੀਤਾ ਜਾ ਰਿਹਾ, ਜਿਹੜਾ ਆਪਾਂ ਵਿਆਹਾਂ ਦੀਆਂ ਪਾਰਟੀਆਂ 'ਚ ਜਾਂਦੇ ਹਾਂ, ਜਿੰਨਾ ਜਾਣੀ ਕਿ ਕਿਸੇ ਵੱਡੀ ਗੈਦਰਿੰਗ ਵਿੱਚ ਜਾਵਾਂਗੇ ਚਾਂਸ ਬਾਅਦ ਦੇ ਵਿੱਚ ਰਹੂਗਾ ਵੀ ਕੋਈ ਨਾ ਕੋਈ ਵਿਘਨ ਜਿਹੜਾ ਸਿਹਤ ਦੇ ਵਿੱਚ ਪਊਗਾ, ਹਨਾ ਜੀ। ਸੋ ਉਸ ਤੋਂ ਸਾਵਧਾਨ ਕੀਤਾ ਜਾ ਰਿਹਾ। 2 ਬੈਂਕਟ ਹਾਲ ਤੇ ਆ ਪਿਛਲੇ ਹਫ਼ਤਿਆਂ ਦੇ ਦੌਰਾਨ ਹੀ ਸਾਹਮਣੇ ਆ ਗਿਆ ਦੇ ਵਿੱਚ ਵੀ ਵਿਆਹ ਪਾਰਟੀਆਂ 'ਚ ਲੋਕ ਗਏ ਸੀ ਤੇ ਉਹਨਾਂ ਨੂੰ ਕਿਹਾ ਵੀ ਸਾਰੇ ਜਾਣੇ ਹੁਣ ਆਪਣਾ ਟੈਸਟ ਕਰਾਓ। ਸੋ ਤਦ ਕਰਕੇ ਆ ਜੀ ਵੀ ਅਸੀਂ ਕਾਫੀ ਪਹਿਲਾਂ ਦੇ ਮੁਕਾਬਲੇ ਸੇਫ ਹਾਂ, ਪਰ ਅਜੇ ਸਿਚੁਏਸ਼ਨ ਜਿਹੜੀ ਆ ਕਹਿ ਲਓ ਬੜਾ ਹਜੇ ਟਲੀ ਨਹੀਂ ਹੈਗੀ, ਸਾਨੂੰ ਸਾਵਧਾਨ ਰਹਿਣ ਦੀ ਲੋੜ। ਥੋੜੇ ਜਿਹੇ ਅਰਮਾਨ ਜਾਗੇ ਨੇ ਜੀ ਹਾਈਵੇ 430 ਨੂੰ ਲੈ ਕੇ ਜੀ, ਤੁਹਾਡੇ ਕੀ ਵਿਚਾਰ ਨੇ?
ਵਿਚਾਰ ਇਹ ਨੇ ਜੀ ਸਾਨੂੰ ਗਰੋਥ ਦੇ ਨਾਲ ਚੱਲਣਾ ਪਏਗਾ। ਜੇ ਅਸੀਂ ਕਹਿੰਦੇ ਹਾਂ ਵੀ ਸਾਡੀ ਪਾਪੂਲੇਸ਼ਨ ਗਰੋ ਕਰਨੀ ਚਾਹੀਦੀ ਹੈ, ਸਾਨੂੰ ਜਿਹੜਾ ਲੈਂਡ ਨੂੰ ਡਿਵੈਲਪ ਕਰਨਾ ਚਾਹੀਦਾ। ਹੁਣ ਇਹ ਥੋੜ੍ਹਾ ਪਾਪੂਲੇਸ਼ਨ ਗਰੋ ਕਰਕੇ ਤੇ ਅਸੀਂ ਜੰਗਲਾਂ 'ਚ ਝੌਂਪੜੀਆਂ ਪਾ ਕੇ ਬਹਿ ਜਾਈਏ ਵੀ ਸੜਕਾਂ ਨਹੀਂ ਬਣਾਉਣੀਆਂ, ਵੀ ਐਨਵਾਇਰਨਮੈਂਟ ਦਾ ਫਿਕਰ ਹੈ ਜੀ। ਐਨਵਾਇਰਨਮੈਂਟ ਦਾ ਅਸੀਂ ਫਿਕਰ ਤੇ ਕਰਨਾ ਆ, ਉਹ ਗੱਲ ਬਿਲਕੁਲ ਠੀਕ ਆ, ਪਰ ਉਹਦੇ ਨਾਲ ਲਾਈਫ ਨੂੰ, ਜ਼ਿੰਦਗੀ ਨੂੰ ਧੜਕਦਾ ਰੱਖਣ ਦੇ ਲਈ ਜਿਹੜੇ ਰਿਸੋਰਸਿਸ ਸਾਨੂੰ ਸਾਧਨ ਚਾਹੀਦੇ ਆ ਉਹ ਵੀ ਤੇ ਬਣਾਉਣੇ ਪੈਣਗੇ ਨਾ। ਹੁਣ ਕਾਰਾਂ ਗੱਡੀਆਂ ਜੇ ਲਈਆਂ ਜਾ ਰਹੀਆਂ, ਟਰੱਕਸ ਆ, ਗੁੱਡਸ ਟਰਾਂਸਪੋਰਟ ਕਰਨੀਆਂ, ਲੋਕਾਂ ਨੇ ਟਰਾਂਸਪੋਰਟ ਹੋਣਾ, ਇੱਧਰ ਉੱਧਰ ਆਉਣਾ ਜਾਣਾ ਆ, ਉਹਨਾਂ ਨੇ ਕਦੇ ਤੇ ਜਾਣਾ ਭਾਈ, ਸੜਕਾਂ ਤੇ ਬਣਾਓਗੇ ਹੀ। ਸੋ ਕਦੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ 401 ਨਹੀਂ ਸੀਗਾ, ਪਾਪੂਲੇਸ਼ਨ ਵਧੀ, 401 ਦੀ ਲੋੜ ਮਹਿਸੂਸ ਹੋਈ, ਫਿਰ ਉਹਦੇ ਪੈਰਲਲ ਇੱਕ ਹੋਰ 407 ਬਣਾਇਆ, ਉਹਦਾ ਚਲੋ ਕਿੱਸਾ ਆਪਾਂ ਨੂੰ ਪਤਾ ਹੀ ਆ। ਹੁਣ ਜੇ ਪਾਪੂਲੇਸ਼ਨ ਹੋਰ ਵੈਸਟ ਵੱਲ ਨੂੰ ਜਾ ਰਹੀ ਆ, ਕੈਲੇਡਨ ਕਮਾਲ ਨਾ ਹੋਈਆਂ ਪਈਆਂ, ਲੋਕਾਂ ਦੀ ਹਾਜ਼ਰੀ ਵੱਧ ਰਹੀ ਆ, ਬਿਲਕੁਲ, ਤੇ ਸੜਕ ਹਾਈਵੇ ਤੋਂ ਬਿਨਾਂ ਕਿੱਦਾਂ ਚੱਲੇਗਾ ਜੀਵਨ ਉੱਥੇ। ਸੋ ਤਦ ਕਰਕੇ ਜੀ ਬਹੁਤ ਇਹਦੀ ਡਿਮਾਂਡ ਸੀਗੀ, ਔਰ ਇਹਦੀ ਜਿੱਥੇ ਤੱਕ ਕੈਲੇਡਨ ਸਿਟੀ ਖੁਦ ਸਪੋਰਟ ਕਰ ਰਹੇ ਨੇ ਵੀ ਬਣਨਾ ਚਾਹੀਦਾ। ਸੋ ਤਦ ਕਰਕੇ ਇਹ ਅੜਿੱਕੇ ਜਿਹੜੇ ਆ ਜੀ ਵੀ ਇਸ ਕਿਸਮ ਦੇ ਪੋਲੀਟੀਕਲੀ ਜਿਹੜੇ ਮੋਟੀਵੇਟਡ ਆ, ਉਹ ਸਾਡੀ ਸਮਝ ਤੋਂ ਬਾਹਰ ਨੇ, ਬਿਲਕੁਲ ਨਹੀਂ ਇਹ ਹੋਣੇ ਚਾਹੀਦੇ। ਹਾਈਵੇ 413 ਜਿਹੜਾ ਜੀ ਵੀ ਇਹਦੀ ਲੋੜ ਆ, ਬੜੀ ਸਖਤ ਲੋੜ ਆ। ਇਹਨੇ ਹਾਈਵੇ 400 ਨੂੰ ਉੱਧਰ 401 ਦੇ ਨਾਲ ਜੋੜਿਆ, ਕੈਲੇਡਨ ਜੋੜਨਾ, ਤੇ ਭਾਵੇਂ ਕਿ ਬਣਨ ਹੋਵੇ ਜੇ 10 ਸਾਲ ਲੱਗ ਜਾਣ ਇਸ ਨੂੰ ਚੱਲਣ ਨੂੰ, ਪਰ ਬਣਾਉਣਾ ਸ਼ੁਰੂ ਕਰਾਂਗੇ ਤੇ ਬਣੂਗਾ। ਆਸ ਤੇ ਇਹਦੇ ਪੂਰਾ ਹੋਣ ਦੀ ਤਾਂ ਹੀ ਕਰਾਂਗੇ ਜੇ ਕਦਮ ਪੁੱਟਾਂਗੇ, ਸ਼ੁਰੂ ਕਰਾਂਗੇ, ਕਿਸੇ ਮੰਜ਼ਿਲ ਤੇ ਪਹੁੰਚਾਂਗੇ। ਸੋ ਤਦ ਕਰਕੇ ਹੁਣ ਸ਼ੁਰੂ ਹੋ ਰਿਹਾ ਬੋਰਡ ਜਿਹੜਾ ਜਿਵੇਂ ਪ੍ਰੀਮੀਅਰ ਡਗਫੋਰਡ ਉੱਥੇ ਆ ਕੇ ਲਾ ਗਏ ਆ, ਤੇ ਬਾਕੀ ਹੁਣ ਗਾਂ ਜਿਹੜੀਆਂ ਉਹ ਕਾਰਵਾਈਆਂ ਚੱਲਦੀਆਂ ਰਹਿਣਗੀਆਂ। ਪਰ ਜਿਹੜਾ ਡਿਟਰਮੀਨੇਸ਼ਨ ਆ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਲਿਆ ਵੀ ਅਸੀਂ ਇਹਨੂੰ ਬਣਾਵਾਂਗੇ, ਇਹ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਜਾਣੀ ਸੁੱਖ ਦਾ ਸਾਹ ਲਿਆ। ਇੱਧਰ ਬਰੈਂਪਟਨ GTA ਦੇ ਵਿੱਚ ਜਿਹੜੇ ਰਹਿ ਰਹੇ ਲੋਕ, ਜਿਹੜੇ ਗ੍ਰਿਡ ਲੋਕ ਦੇ ਵਿੱਚ ਰੋਜ਼ ਫਸਦੇ ਆ, ਡਰਾਈਵਿੰਗ ਕਮਿਊਨਿਟੀ ਦੇ ਨਾਲ ਜੁੜੇ ਹੋਏ ਸਾਡੇ ਭੈਣ ਭਰਾ ਆ, ਉਹਨਾਂ ਸਾਰਿਆਂ ਨੇ ਸ਼ਲਾਘਾ ਕੀਤੀ ਹੈ, ਸੁੱਖ ਦਾ ਤੇ ਸਾਹ ਲਿਆ। ਔਰ ਮੈਨੂੰ ਇਹ ਵੀ ਲੱਗ ਰਿਹਾ ਕਿ ਇਹ ਹੋ ਸਕਦਾ ਜਿਹੜੀ ਡਗਫੋਰਡ ਸਾਹਿਬ ਦੀ ਸਰਕਾਰ ਹੈ ਬਹੁਤ ਸਾਰੇ ਹੋਰ ਇਸ਼ੂਜ਼ ਤੇ ਘਿਰਦੀ ਹੋਵੇ, ਪਰ 6 ਜੂਨ 2022 ਨੂੰ ਜਿਹੜੀ ਇਲੈਕਸ਼ਨ ਹੋਣੀ ਹੈ ਕਿਸੇ ਇਸ ਮੁੱਦੇ ਤੇ ਹੀ ਮਤਲਬ ਹੋ ਸਕਦਾ ਦੁਬਾਰਾ ਜਿੱਤ ਜਾਣਾ। ਆਈ ਨੋ, ਤੁਸੀਂ ਮੇਰੀ ਮੂੰਹ ਦੀ ਗੱਲ ਛੀਨ ਲਈ। ਸੋ ਆਲ ਦ ਬੈਸਟ ਟੂ ਦ ਫੋਰਡ ਗਵਰਨਮੈਂਟ, ਐਂਡ ਵਧੀਆ ਬ੍ਰੈਡਫੋਰਡ ਦੇ ਵਿੱਚ ਉਹਨਾਂ ਨੇ ਜਿਹੜਾ ਹਾਈਵੇ ਦਾ ਵੀ ਮਨਜ਼ੂਰੀ ਦਿੱਤੀ ਹੈ ਬਾਈਪਾਸ ਲਈ, ਤੇ ਹੁਣ 413 ਸਾਰਿਆਂ ਦੀ ਅੱਖ ਇਸ ਤੇ, ਐਂਡ ਆਲੇ ਦੁਆਲੇ ਜਿਹੜੀ ਜ਼ਮੀਨ ਦੇ ਮਾਲਕ ਨੇ ਉਹ ਤਾਂ ਲੁੱਡੀਆਂ ਪਾ ਰਹੇ ਹੋਣਗੇ ਇਸ ਵੇਲੇ। ਸੋ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ। ਜੋਲ ਸਾਹਿਬ ਨੇ ਕਿਹਾ take 10 years, ਪਰੰਤੂ ਦੇਰ ਆਈ ਦੀ ਤੇ ਦਰੁਸਤ ਆਏ। ਸੋ ਲੈਟਸ ਸੀ what happens in the future coming days. alright ਜੋਲ ਸਾਹਿਬ, ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਜੋਲ ਸਾਹਿਬ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 4168953784 4168953784। ਜੋਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੋਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।